महला पहला। दुख दारू सुख रोग पया, जा सुख ताम न होई। तू करता करुणा मैं नाही, जा हाँ करी न होई। बलिहारी कुदरत वसिया, तेरा अंत ना जाई लखिया। रहाव जात मह जोत, जोत मह जाता। अकल कला भरपूर रहया, तू सच्चा साहिब सिफत सवालियो। जिन कीती सो पार पया, कहो नानक करते किया बातां। जो किश करना सो कर रहया, कहो नानक करते किया बातां। जो किश करना सो कर रहया। परम सत्कारयोग चवर छत्र तख्त दे मालक वालीए कुल आलम धन श्री गुरु ग्रंथ साहिब जी की पावन गोद अंदर सुभाईमान गुरु की संगत वडभागे हाँ। ਅੰਮ੍ਰਿਤ ਵੇਲੇ ਗੁਰ ਸ਼ਬਦ ਦੇ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਚਿੱਤ ਕੀਤਾ ਹੈ। ਆਪ ਜੀ ਨੇ ਜੋ ਸ਼ਲੋਕ ਸਰਵਣ ਕੀਤਾ ਹੈ, ਆਸਾ ਦੀ ਵਾਰ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਇਹ 12ਵੀਂ ਪੌੜੀ ਦੇ अंदर पहला श्लोक दर्ज है, जिस अंदर सतगुरु जी बख्शिश करते हैं। अज असी इस पहले श्लोक की ते दूसरे श्लोक के विचार करांगे। दूजा श्लोक धन गुरु अंगद पातशाह जी का, दूजी पातशाही जी का। इस पहले श्लोक अंदर सतगुरु जी की बख्शिश करते हैं। आओ बड़े ही प्यार ते सत्कार नाल गुरफतेह नाल साझ बना के विचार की आरंभता करिए। गुरु साहिब कृपा करन असां सारिआं नूं रल मिल के विचार करन दी समर्था बख्शण। गज के फतेह बुलाओ। वाहिगुरू जी का खालसा, वाहिगुरू जी की फतेह। धन गुरु नानक पातशाह जी इस आसा दी वार दे अंदर ये पावन श्लोक अंदर बख्शिश करते हैं कि वो परमात्मा सारी कुदरत विच, सारी कायनात विच आप वसिया होया। ते विचार आरंभण तो पहला मैं बेनती करा, आसा दी वार दे अंदर यही एक श्लोक है जिहदे अंदर रहाऊ वाला बंद दर्ज है। ते ये रहाऊ वाला बंद जिहड़ा है ये केवल इसे श्लोक दा, बाकी किसी पौड़ी दे नाल जां श्लोक दे नाल इसदा संबंध नहीं। इसे ही श्लोक नाल इहदा संबंध है। ते धन गुरु नानक पातशाह जी बख्शिश करदे ने इस रहाऊ वाले पद दे अंदर कि बलिहारी कुदरत वसिया, तेरा अंत ना जाई लखिया। रहाओ गुरु नानक पातशाह जी फरमाते ने कि हे इंसान, वो परमात्मा सारी कुदरत के अंदर मौजूद है ते मैं उस तो सदके जाता हाँ, बलिहारने जाता हाँ। बलिहारी इत्थे विश्राम है। कुदरत वसिया
ਉਹ ਪਰਮਾਤਮਾ ਕੁਦਰਤ ਦੇ ਅੰਦਰ ਮੌਜੂਦ ਹੈ। ਗੁਰਬਾਣੀ ਇਸ ਪ੍ਰਥਾਏ ਬਖਸ਼ਿਸ਼ ਕਰਦੀ ਹੈ ਕਿ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਇਹ ਸੰਸਾਰ ਦੇ ਅੰਦਰ ਉਹ ਜਲ ਵਿੱਚ, ਥਲ ਧਰਤੀ ਦੇ ਉੱਤੇ, ਮਹੀਲ ਭਾਵ ਆਕਾਸ਼ ਦੇ ਵਿੱਚ, ਹਰ ਥਾਂ ਦੇ ਅੰਦਰ ਉਹ ਪਰਮਾਤਮਾ ਮੌਜੂਦ ਹੈ। ਉਹ ਪਰਮਾਤਮਾ ਵਿਚਰ ਰਿਹਾ ਹੈ, ਉਹ ਪਰਮਾਤਮਾ ਦੀ ਜੋਤ ਵਿਚਰ ਰਹੀ ਹੈ। ਇਸ ਕਰਕੇ ਮੈਂ ਉਸ ਪਰਮਾਤਮਾ ਤੋਂ ਬਲਿਹਾਰੀ ਜਾਂਦਾ ਹਾਂ, ਵਾਰਨੇ ਜਾਂਦਾ ਹਾਂ। ਹੇ ਪ੍ਰਮਾਤਮਾ ਜੀ, ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਜੇ ਕੋਈ ਆਖੇ ਮੈਂ ਕਾਗਜ਼ ਤੇ ਕਲਮ ਲੈ ਲਵਾਂ ਤੇ ਉਸ ਕਾਗਜ਼ ਦੇ ਉੱਤੇ ਕਲਮ ਦੇ ਨਾਲ, ਸ਼ਾਹੀ ਦੇ ਨਾਲ ਉਸ ਕਲਮ ਨੂੰ ਭਿਉਂ ਭਿਉਂ ਕੇ ਲਿਖੀ ਜਾਵਾਂ ਤੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪਿਛਲੇਰੇ ਦਿਨਾਂ 'ਚ ਅਸੀਂ ਜਪਜੀ ਸਾਹਿਬ ਦੇ ਜਦੋਂ ਅਰਥ ਕਰ ਰਹੇ ਸਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਸਮਝਾਉਂਦੇ ਸਨ ਕਿ ਹੇ ਭਾਈ, ਉਹਦਾ ਅੰਤ ਹੀ ਕੋਈ ਨਹੀਂ। ਕਈ ਉਹਦੇ ਅੰਤ ਨੂੰ ਪਾਉਣ ਲੱਗੇ ਹੋਏ ਨੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ। ਉਹਦਾ ਕੋਈ ਅੰਤ ਨਹੀਂ ਪਾ ਸਕਦਾ ਤਾਂ ਕਿ ਅੰਤ ਨਾ ਪਾਏ ਜਾਏ। ਉਹ ਹਰ ਥਾਂ ਮੌਜੂਦ ਹੈ, ਉਹ ਹਰ ਇੱਕ ਕਣ ਦੇ ਅੰਦਰ ਮੌਜੂਦ ਹੈ। ਹੇ ਪ੍ਰਮਾਤਮਾ ਜੀਓ, ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਕਈ ਇਸ ਧਰਤੀ ਦੇ ਉੱਤੇ ਆਏ ਨੇ ਜਿਨ੍ਹਾਂ ਨੇ ਉਹਦਾ ਅੰਤ ਪਾਉਣ ਦਾ ਯਤਨ ਕੀਤਾ। ਕਈਆਂ ਨੂੰ ਇਸ ਧਰਤੀ 'ਤੇ ਆਣ ਕੇ ਇਹ ਵਹਿਮ ਹੋ ਗਿਆ ਕਿ ਅਸੀਂ ਹੀ ਪਰਮਾਤਮਾ ਹਾਂ। ਕਈਆਂ ਨੇ ਆਖਿਆ ਅਸੀਂ ਪਰਮਾਤਮਾ ਦੇ ਪੁੱਤਰ ਹਾਂ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ, ਇਸ ਸੰਸਾਰ ਦੇ ਉੱਤੇ ਕੇਵਲ ਉਹ ਇੱਕ ਹੈ ਤੇ ਉਹ ਸਾਰੇ ਸੰਸਾਰ ਦੇ ਵਿੱਚ ਪਸਰਿਆ ਹੋਇਆ। ਉਹਦੇ ਵਰਗਾ ਹੋਰ ਕੋਈ ਨਹੀਂ। ਇਸ ਸੰਸਾਰ ਦੇ ਵਿੱਚ ਉਹਦੇ ਵਰਗਾ ਉਹੀ ਹੈ, ਕਿਉਂਕਿ ਉਹ ਸਾਰੀ ਕਾਇਨਾਤ ਦੇ ਅੰਦਰ ਪਸਰਿਆ ਹੋਇਆ। ਤੇ ਉਹਨੂੰ ਤੱਕ, ਕਿਉਂਕਿ ਜਦੋਂ ਉਹਨੂੰ ਤੱਕੇਗਾ ਇਸ ਸੰਸਾਰ ਦੇ ਉੱਤੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਫਿਰ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਕਹਿੰਦੇ ਫਿਰ ਇਸ ਸੰਸਾਰ ਦੇ ਉੱਤੇ ਦੁੱਖ ਜਿਹੜਾ ਵਾ ਉਹ ਦਾਰੂ ਬਣ ਜਾਵੇਗਾ। ਭਾਈ ਕਿੱਦਾਂ ਬਣੇਗਾ ਦਾਰੂ? ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਦੇ ਉੱਤੇ ਮਨੁੱਖ ਜਦੋਂ ਦੁਖੀ ਹੁੰਦਾ ਨਾ, ਉਦੋਂ ਰੱਬ ਨੂੰ ਚੇਤੇ ਕਰਦਾ, ਰੱਬ ਨੂੰ ਆਵਾਜ਼ਾਂ ਮਾਰਦਾ। ਤਨ ਕਸ਼ਟ ਦੇ ਵਿੱਚ ਹੋਵੇ ਤੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦਾ। ਹੇ ਪਾਤਸ਼ਾਹ, ਮੈਨੂੰ ਬਚਾ ਲੈ। ਇਸ ਧਰਤੀ ਦੇ ਉੱਤੇ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ, ਰਹਿਮਤ ਕਰ ਸੱਚੇ ਪਾਤਸ਼ਾਹ। ਹੇ ਵਾਹਿਗੁਰੂ, ਅਸੀਂ ਆਣ ਅਰਦਾਸਾਂ ਕਰਦੇ ਹਾਂ, ਅਰਦਾਸਾਂ ਕਰਵਾਉਂਦੇ ਹਾਂ ਕਿ ਵਾਹਿਗੁਰੂ ਰਹਿਮਤ ਕਰ, ਸਾਨੂੰ ਬਚਾ ਲੈ। ਇਸ ਧਰਤੀ ਦੇ ਉੱਤੇ ਮੈਨੂੰ ਪੀੜਾ ਬੜੀ। ਇੱਕ ਦੁੱਖ ਇਹ ਹੋ ਗਿਆ ਤਨ ਦਾ, ਤੇ ਇੱਕ ਦੁੱਖ ਹੈ ਗਰੀਬੀ ਦਾ। ਜਦੋਂ ਘਰ ਦੇ ਵਿੱਚ ਅੰਨ ਨਾ ਪੱਕਦਾ ਹੋਵੇ ਨਾ, ਤੇ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ, ਪਾਤਸ਼ਾਹ ਰਹਿਮਤ ਕਰ, ਸਾਨੂੰ ਬਚਾ ਲੈ। ਇਸ ਧਰਤੀ ਦੇ ਉੱਤੇ ਘਰ ਦੇ ਵਿੱਚ ਅੰਨ ਨਹੀਂ, ਘਰ ਦੇ ਵਿੱਚ ਪਾਣੀ ਨਹੀਂ, ਮੈਂ ਭੁੱਖਾ ਮਰ ਜਾਵਾਂਗਾ, ਰਹਿਮਤ ਕਰ, ਮੈਨੂੰ ਇਸ ਭੁੱਖ ਤੋਂ ਬਚਾ ਲੈ। ਇਹ ਵੀ ਬੜਾ ਵੱਡਾ ਦੁੱਖ ਹੈ। ਇੱਕ ਦੁੱਖ ਹੈ ਵਿਛੋੜੇ ਦਾ। ਸੰਸਾਰ ਦੇ ਉੱਤੇ ਜਦੋਂ ਮਨੁੱਖ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲੋਂ, ਆਪਣੇ ਸਾਕ ਸੰਬੰਧੀਆਂ ਦੇ ਨਾਲੋਂ, ਇਹ ਸੰਸਾਰੀ ਦੁੱਖ ਹੈ। ਇਹ ਦੁੱਖ ਵੀ ਜਦੋਂ ਪੈਂਦਾ ਨਾ ਇਸ ਧਰਤੀ ਦੇ ਉੱਤੇ,
उत्ते मनुख करलाउंदा, क्योंकि अपने विछड़ गए अपने चले गए सज्जन मेरे रंगले जाए सुते जिरान। मेरे चंगे जिहड़े सज्जन सन वो मड़ियां विच जाके लम्मे पै गए। ये भी बड़ा वड्डा दुख है। ये एक विछोड़े का दुख है तो एक दुख है आत्मिक मौते मरना। जदों मनुख आत्मिक मौते मर जाता, दुख दारू जदों आत्मिक मौते मरदा ना मनुख, फिर परमात्मा नूं भुल जाता, वो सुखां विच चले जाता, सुख बतीत करदा। ते धन गुरु नानक पातशाह जी बख्शिश करते हैं, फिर उस सुखां विच रोगां नूं थां दे दिंदा। आ जिहड़े 3 दुख दसे आ ना, ये फिर परमात्मा नूं भुला के इस सुख दे विच जिहड़ा इहनूं धन मिलिया हुंदा ना, जिहड़े इहदे सज्जण हुंदे ने, इहदियां बाहां हुंदियां ने, उन्हां उत्ते माण करन लग पैंदा। ते धन गुरु नानक पातशाह जी बख्शिश करते हैं कि हे भाई, इस संसार दे उत्ते जदों परमात्मा भुल जाता, जदों सुख मिल जाता, अंमृत वेला सांभिया नहीं जाता, मनुख उठन लग्या अणगेली करदा, कोई नहीं 10 मिनट होर बाद सही सुख मानन लग जाता, फिर इहदे वास्ते ये सुख रोग बन जाता। किस तरह रोग बनता? ये फिर अंमृत वेले उठदा नहीं, अपना समा नहीं संभालदा। फिर जदों जिंदगी दे विच इहदा सफ़र आरंभ हुंदा, ये लेट हो जाता। अपने कारोबारां दे विच, अपनी जिंदगी दे हर पल दे विच ये लेट हो जाता। इनू फिर दुख सताउंदा कि मैं आह कारज करना सी ते ये होया नहीं। मेरी भैणों, जदों असीं सवेरे उठदे आ ना ते 10 मिनट लेट हो जाइए तो बच्चे साडिਆਂ ने स्कूल जाना होवे, तो फिर वो दुख, वो सुख जिहड़ा वा दुख बन जाता, रोग बन जाता कि भाई मैं लेट हो गई, हुण मेरे बच्चे ने स्कूलों लेट हो जाना, इनू छड्ड के आउणा पैना। ते जे यही अंमृत वेले उठ के रब की बंदगी कीती हुंदी ते मन के अंदर सहज आउणा सी, सहज अवस्था उत्पन्न होनी सी। ते गुरु साहब बख्शिश करते हैं कि भाई ये जिहड़ा सुख है ना, ये रोग है, दुख दारू सुख रोग पिया। जदों ते मनुख की जिंदगी दे विच दुख आउंदे आ ना, इत्थे एक होर विचार है कि जदों मनुख दे अंदर दुख आउंदे आ ते असीं गुरु दे नाल गिला करदे आ, परमात्मा दे नाल गिला करदे आ कि भाई आ की कर दिता मेरे नाल। मैं ते सवेरे अंमृत वेले आउंदा सी, तेरा नाम जपदा सी, तेरी बाणी पढ़दा सी, ते मैनू दुख। भाई ये दुख जिहड़े ने ये कर्मां दी खेड है, नंबर 1, ते नंबर 2 ये है कि इस संसार दे उत्ते जदों दुख आउंदा है ते धन गुरु नानक पातशाह जी दा ये शब्द पढ़ लईए। गुरु साहब कहंदे ने ये फिर दारू बन जांदा, तैनूं रब चेते कराउंदा। कोई अपना चला जाए तो असीं रब नूं चेते करदे आं, धन चला जाए असीं रब नूं चेते करदे आं, अपणिआं तो विछोड़ा पै जावे असीं रब चेते करदे आं। ये दुख है ना। ते जदों सब तो वड्डा दुख परमात्मा दे नालों विछोड़ा पै जांदा ना, फिर भी मनुख करलाउंदा, आखदा पातशाह रहमत कर मैनूं अंमृत वेला बख्श। मंगदे आ ना दाते, उठिया नहीं जांदा, पातशाह रहमत कर मैनूं अंमृत वेला बख्श दे। ते धन गुरु नानक पातशाह जी कहंदे ने फिर ये जिहड़ा दुख है ना, ये दारू है, इनू दारू समझ, इनू मुसीबत ना समझ कि दुख आया तो ये मुसीबत है। ये दुख जिहड़ा है इस संसार के उत्ते तैनूं रब चेते कराउंदा, इस करके ये दारू है। धन गुरु नानक पातशाह जी बख्शिश करते हैं कि दुख दारू सुख रोग भया, जां सुख ताम न होई। जदों सुख मिलता ना, धन गुरु नानक पातशाह जी बख्शिश करते हैं, फिर वो रब नूं भुला दिंदा। जां सुख ताम न होई, तां फिर परमात्मा हिरदे विच नहीं वसदा। भावें मैं होवां,
ਭਾਵੇਂ ਤੁਸੀਂ ਹੋ, ਅਸੀਂ ਸਾਰੇ ਸੁੱਖ ਦੇ ਵਿੱਚ ਪਰਮਾਤਮਾ ਨੂੰ ਬਹੁਤ ਘੱਟ ਯਾਦ ਕਰਦੇ ਹਾਂ। ਜੇ ਕਿਤੇ ਯਾਦ ਵੀ ਕਰਦੇ ਹਾਂ ਤਾਂ ਉਹਦੇ ਦਿੱਤੇ ਹੋਏ ਸੁੱਖਾਂ ਦੇ ਕਾਰਨ। ਇਹ ਪਰਮਾਤਮਾ ਨੇ ਸੁੱਖ ਬਖਸ਼ੇ ਨੇ, ਇਹ ਨਹੀਂ ਕਿ ਇਹ ਪਰਮਾਤਮਾ ਦੀ ਰਹਿਮਤ ਹੈ, ਇਹ ਮੇਰੇ ਕਰਮਾਂ ਦੇ ਵਿੱਚ ਲਿਖੇ ਨੇ ਅਤੇ ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਅਤੇ ਪਰਮਾਤਮਾ ਨੂੰ ਤਾਂ ਮੈਂ ਤਾਂ ਯਾਦ ਕਰਨਾ ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਨਹੀਂ ਕਿ ਇਹ ਸੁੱਖ ਮਿਲੇ ਨੇ ਤਾਂ ਮੈਂ ਯਾਦ ਕਰਨਾ, ਇਹ ਤਾਂ ਯਾਦ ਕਰਨਾ ਕਿਉਂਕਿ ਪਰਮਾਤਮਾ ਨੇ ਰਹਿਮਤ ਕੀਤੀ, ਇਹ ਵਾਰੀ ਬਖਸ਼ੀ ਹੈ ਮੈਨੂੰ, ਅਤੇ ਪਰਮਾਤਮਾ ਦਾ ਨਾਮ ਜਪਣਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਸੁੱਖ ਹੁੰਦਾ ਨਾ ਮਨੁੱਖ ਦੇ ਕੋਲ, ਫਿਰ ਇਹ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਂ ਹਉ ਕਰੀ ਨਾ ਹੋਈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਿਉਂਕਿ ਰਹਾਉ ਵਾਲਾ ਪਦ ਜਿਹੜਾ ਨਾ ਉਹਦੇ ਅੰਦਰ ਸਤਿਗੁਰੂ ਜੀ ਆਖਦੇ ਨੇ ਕਿ ਤੇਰਾ ਅੰਤ ਨਾ ਜਾਈ ਲਖਿਆ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਕੁਦਰਤ ਦੇ ਵਿੱਚ ਮੌਜੂਦ ਹੈ। ਅਤੇ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਕਿ ਹੇ ਪਰਮਾਤਮਾ ਜੀ, ਇਸ ਸ੍ਰਿਸ਼ਟੀ ਦਾ ਤੂੰ ਹੀ ਕਰਤਾ ਹੈ, ਤੂੰ ਹੀ ਕਰਣਾ ਹੈ, ਕਰਨਹਾਰ ਵੀ ਤੂੰ ਹੈ। ਇੱਥੇ ਭਾਵ ਅਰਥ ਸਮਝਣ ਵਾਸਤੇ ਜਿਸ ਤਰ੍ਹਾਂ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਹਾਂ, ਉੱਥੇ ਜਾ ਕੇ ਫਿਰ ਅਸੀਂ ਕੰਮ ਵੀ ਅਸੀਂ ਕਰਨਾ ਅਤੇ ਉਹਦਾ ਕਾਰਨ ਵੀ ਅਸੀਂ ਹਾਂ। ਭਾਵ ਇਹ ਕਿ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਅਤੇ ਪੈਦਾ ਕਰਕੇ ਇਹਨੂੰ ਸੰਭਾਲਣ ਵਾਲਾ ਵੀ ਉਹੀ ਹੈ, ਵੇਖਣ ਵਾਲਾ ਵੀ ਉਹੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਤੂੰ ਕਰਤਾ ਕਰਣਾ। ਇਹ ਪਰਮਾਤਮਾ ਸਾਰਾ ਕੁਝ ਤੂੰ ਹੈ, ਮੈਂ ਨਹੀਂ, ਮੈਂ ਇੱਥੇ ਕੋਈ ਨਹੀਂ। ਲੋਕ ਮੈਂ ਕਰਦੇ ਤੁਰੇ ਫਿਰਦੇ ਨੇ, ਆਖਦੇ ਨੇ ਮੈਂ ਹਾਂ, ਇਹ ਮੈਂ ਕੀਤਾ, ਇਹ ਮੈਂ ਬਣਾਇਆ, ਇਹ ਮਸ਼ੀਨਰੀ ਮੈਂ ਤਿਆਰ ਕੀਤੀ। ਜਦੋਂ ਉਸ ਪਰਮਾਤਮਾ ਦੀ ਮਾਰ ਪੈਂਦੀ ਫਿਰ ਇਹ ਸਾਰੀਆਂ ਮਸ਼ੀਨਰੀਆਂ ਜਿਹੜੀਆਂ ਮੈਂ ਤਿਆਰ ਕੀਤੀਆਂ, ਜਿਹੜਾ ਕੁਝ ਮੈਂ ਬਣਾਇਆ, ਮੈਂ ਖੇਤੀ ਬਣਾਈ, ਮੈਂ ਇੰਨੀਆਂ ਦੁਕਾਨਾਂ ਦਾ ਮਾਲਕ, ਮੈਂ ਇੰਨੀਆਂ ਗੱਡੀਆਂ ਦਾ ਮਾਲਕ, ਜਦੋਂ ਉਹਦੀ ਨਿਗਾਹ ਫਿਰ ਜਾਏ ਫਿਰ ਇਸ ਸੰਸਾਰ ਦੇ ਉੱਤੇ ਫਿਰ ਸਭ ਕੁਝ ਨਾਸ ਹੋ ਜਾਂਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਮੈਂ ਨਾਹੀਂ। ਇਹ ਪਾਤਸ਼ਾਹ ਤੂੰ ਕਰਤਾ ਕਰਣਾ ਮੈਂ ਨਾਹੀਂ, ਮੈਂ ਕੁਝ ਨਹੀਂ ਹਾਂ। ਜਾਂ ਹਉ ਕਰੀ ਨਾ ਹੋਈ, ਜੇ ਮੈਂ ਇਹ ਆਖਾਂ ਕਿ ਮੈਂ ਕੀਤਾ, ਜਾਂ ਹਉ ਜੇ ਮੈਂ ਆਖਾਂ ਕਿ ਮੈਂ ਕੀਤਾ, ਅਤੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਫਿਰ ਕਰੀ ਨਾ ਹੋਈ। ਇਸ ਸੰਸਾਰ ਦੇ ਉੱਤੇ ਕੀਤਾ ਨਹੀਂ ਜਾ ਸਕਦਾ ਕਿਉਂਕਿ ਇਸ ਸੰਸਾਰ ਦੇ ਉੱਤੇ ਕਰਨ ਵਾਲਾ ਕੇਵਲ ਉਹੀ ਹੈ। ਕੀਤਾ ਪਸਾਉ ਏਕੋ ਖਵਾਉ, ਤਾਂ ਤੇ ਹੋਏ ਲੱਖ ਦਰਿਆਓ। ਇਸ ਸੰਸਾਰ ਦੇ ਜਿਹੜਾ ਉੱਤੇ ਪਸਾਰਾ ਕੀਤਾ ਨਾ, ਉਹ ਸਾਰਾ ਰੱਬ ਨੇ ਕੀਤਾ, ਪਰਮਾਤਮਾ ਨੇ ਕੀਤਾ, ਮੈਂ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਗਲਾ ਪਦ ਜਿਹੜਾ ਹੈ ਉਹ ਫਿਰ ਰਹਾਉ ਵਾਲਾ ਹੈ, ਜਿਹਦੇ ਅਸੀਂ ਅਰਥ ਕੀਤੇ ਨੇ। ਇਸ ਤੋਂ ਅੱਗੇ ਜਿਹੜਾ ਅਗਲਾ ਪਦਾ ਹੈ ਦੂਜਾ, ਉਹਦੇ ਅੰਦਰ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹੇ ਪਰਮ ਜੋਤੀ ਪਰਮਾਤਮਾ ਜੀ, ਇਸ ਸ੍ਰਿਸ਼ਟੀ ਦੇ ਅੰਦਰ ਤੇਰੀ ਹੀ ਜੋਤ ਹੈ। ਜਾਤ ਮਹਿ ਜੋਤ, ਜੋ ਜਾਤ ਜੋ ਤੂੰ ਬਣਾਇਆ ਨਾ, ਜੋ ਪੈਦਾ ਕੀਤਾ, ਜਾਤ ਮਹਿ ਜੋ ਪੈਦਾ ਕੀਤਾ ਨਾ ਤੂੰ, ਜੋਤ ਤੇਰੀ ਹੀ ਜੋਤ ਹੈ। ਬਲਿਹਾਰੀ ਕੁਦਰਤ ਵਸਿਆ, ਕੁਦਰਤ ਦੇ ਅੰਦਰ ਤੂੰ ਵਸਿਆ ਹੈ ਕਿਉਂਕਿ ਤੂੰ ਇਹਨੂੰ ਪੈਦਾ ਕੀਤਾ। ਫਿਰ ਸਮਝਿਆ ਜੇ ਜਾਤ ਮਹਿ, ਜਾਤ ਭਾਵ ਜੋ ਤੂੰ ਪੈਦਾ ਕੀਤਾ, ਜੋ ਤੂੰ ਬਣਾਇਆ, ਜੋ ਤੂੰ ਜਾਤਾ, ਉਹਦੇ ਵਿੱਚ ਜਿਹੜੀ ਜੋਤ ਹੈ ਉਹ ਤੇਰੀ ਟਿਕੀ ਹੋਈ ਹੈ। ਤੇਰੀ ਜੋਤ ਨਹੀਂ ਤੇ ਸੰਸਾਰ ਦੇ ਉੱਤੇ ਉਹ ਮਨੁੱਖ ਨਾਸਵੰਤ ਹੈ। ਜਾਤ ਮਹਿ ਜੋਤ, ਜੋਤ ਮਹਿ ਜਾਤਾ। ਫਿਰ ਉਸ ਜੋਤ ਦੇ ਅੰਦਰ ਜਿਹੜਾ ਜਾਤਾ, ਜਿਹੜਾ ਪੈਦਾ ਕਰਨ ਵਾਲਾ, ਉਹ ਵੀ ਤੂੰ ਹੈ। ਅਕਲ ਕਲਾ ਭਰਪੂਰ ਰਹਿਆ, ਅਤੇ ਤੂੰ
इस संसार दे उत्ते अकल संपूर्ण कला भाव कोई कांटा नहीं, किसी प्रकार का अध विचाले नहीं, संपूर्ण है तू। एक रस व्याप रहा है, जिहड़ा असीं शब्द पढ़ते हैं ना, एक ओंकार भाव एक रस लगातार व्याप रहा। ओंकार का जिहड़ा अर्थ है ना, ओंकार किया जिन चित, जिहड़ा ओंकार शब्द है ना, एका पहलां लगा होया, एक ही तो अगला जिहड़ा शब्द है ओंकार भाव इस सृष्टि का मालक, एक रस सारी सृष्टि के अंदर वो मौजूद है। इत्थे यही शब्द है कि अकल कला भरपूर रहिया, बिना रुकावट तो वो संसार के अंदर मौजूद है, भरपूर है, इस संसार दे विच विचर रहा है। कि धन गुरु नानक पातशाह जी बख्शिश करते हैं, तू सच्चा साहिब सिवत सवालियो जिन कीती सो पार पया। हे पातशाह जीओ, हे परमात्मा जीओ, तू साहिब सच्चा है, इस सृष्टि नूं पैदा करन वाला, सृष्टि दे विच पैदा करके उहदे विच वसन वाला तू सच्चा है। तेरी सिफत भी सच्ची है, झूठी नहीं। ये नहीं कि 4 दिन असी सिफत की ते बाद विच वो झूठी हो गई। जिन्नियां भी तेरी सिफत की संसार दे उत्ते, तेरी सिफत सदा सच्ची रही। किसी ने थोड़ी की, किसी ने बहुती की। इस संसार दे उत्ते जिहड़ी तेरी सिफत है, तेरी सलाह है, जो तैनूं सलाउंदे ने, वो इस संसार दे उत्ते सच्ची है। तू सच्चा साहिब सिफत सवालियो जिन कीती सो पार पया। जिन्हें उहदी सिफत की, फिर वो सच्ची सिफत, उहदी सलाहना की। असीं बैठे हैं ना, तो सच्चे मन दे नाल उस परमात्मा की सिफत करिए, वाह वाह आखिए, हे परमात्मा तू वाह है, तू निरंकार है, तू ही अल्लाह है, तू ही राम है, तू ही रहीम है तू एक। एको है भाई, एको है साहिब मेरा, एको है। गुरु की गोद विच बैठ के उहदी सिफत की, कीर्तन के रूप विच, कथा के रूप विच, पाठ के रूप विच। ते धन गुरु नानक पातशाह जी कहंदे फिर सो पार पया। वो इस संसार के उत्ते भवजल समुंदर दे विचों पार लंघ जांदा, उहनूं गुरु अपनी बांह फड़ा दिंदा। ते धन गुरु नानक पातशाह जी अगली पंक्ति अंदर जिक्र करते हैं, कहो नानक करते कियां बातां जो किश करना सो कर रहिया। हुण असीं करते दियां गल्लां करदे हां। कहो नानक करते कियां बातां। गुरु नानक पातशाह जी कहंदे उहदियां गल्लां करो, उहदी सिफत करो, उहदे गुणां नूं विहांजो। क्योंकि क्यों करनियां उहदियां गल्लां? 4 ਕੁ दिन कोई सानू प्रशादा छका दे तो असीं कई साल उहदे गुण गाउने हैं भी फलाणे ने उस समय जदों मेरे उत्ते विपता आण पई सी ना, तो मैनू 4 ਕੁ दिन प्रशादा छकाया। असीं फिर की करते हैं कि भाई वो बड़ा भला इंसान है, बड़ा दानी है, बड़ा पुन्नी है। कोई शरीर उत्ते कष्ट आ जाए ना, तो डॉक्टर ने 2 गोलियां दित्तियां तो सानू आराम आ जाए तो असीं आखदे हां, उहदी सिफत करनों नहीं हटदे कि फलाणे डॉक्टर को पाई जाई, वो डॉक्टर ने मैनू ठीक कर दिता। उहदी सिफत करदे हैं ना, तो धन गुरु नानक पातशाह जी बख्शिश करते हैं कि हे भाई उस करते दियां गल्लां करो, उस करते दी सिफत करो, उहदी सलाहना करो। जिहड़ा कुदरत दे विच वसिया सी ना, उहदी सलाहना करो। क्यों? क्योंकि जो किश करना, जो भी इस धरती ते हो रहा ना, सो कर रहा वो परमात्मा कर रहा, होर कोई नहीं, वो परमात्मा ही कर रहा। तो जे असी 4 ਕੁ दिन साडी सेवा विच लगे हुए नूं सारी उम्र याद रखते हैं, जिहड़ा दुख विच काम आ जाए 2-4 दिन, सारी उम्र उन्होंने याद रखते हैं। तो जिस परमात्मा ने ये शरीर दिता, ये अखां दित्तियां, ये कंन दिते, इस
ਸਵਾਦ ਚੱਖਣ ਵਾਸਤੇ ਜੇਬਾ ਦਿੱਤੀ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਫਿਰ ਉਹਦੀ ਸਿਫਤ ਬਣਦੀ ਹੈ, ਕਿਉਂਕਿ ਜਿਸ ਦਿਨ ਇਹ ਢੱਠਦਾ ਨਾ ਫਿਰ ਇਹਨੂੰ ਹੋਰ ਕੋਈ ਬਣਾ ਨਹੀਂ ਸਕਦਾ। ਕੇਵਲ ਬਣਾ ਸਕਦਾ ਹੈ ਤੇ ਉਹ ਪਰਮਾਤਮਾ, ਢਾਹ ਸਕਦਾ ਹੈ ਤੇ ਉਹ ਪਰਮਾਤਮਾ। ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਦੇ ਉੱਤੇ ਐਡਾ ਵੱਡਾ ਕਾਰੀਗਰ, ਜੇ ਕਿਤੇ ਮਸ਼ੀਨ ਖਰਾਬ ਹੋ ਜਾਵੇ ਨਾ ਤੇ ਉਹਨੂੰ ਸੁੱਟਣਾ ਪੈਂਦਾ, ਪਰ ਜੇ ਕਿਤੇ ਸਰੀਰ ਦੇ ਵਿੱਚੋਂ ਸਵਾਸ ਮੁੱਕ ਜਾਣ ਨਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਉਹ ਇੰਨਾ ਬਲਵਾਨ ਹੈ, ਇੰਨਾ ਮਹਾਨ ਹੈ ਕਿ ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਉਹ ਚਾਹੇ ਤੇ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ, ਇੰਨਾ ਮਹਾਨ ਹੈ। ਗੱਡੀ ਵਿੱਚ ਤੇਲ ਮੁੱਕ ਜਾਵੇ ਨਾ, ਜਦੋਂ ਤੱਕ ਤੇਲ ਨਾ ਪਾਇਆ ਜਾਵੇ ਤੇ ਉਹ ਤੇਲ ਤੋਂ ਬਗੈਰ ਚੱਲ ਨਹੀਂ ਸਕਦੀ, ਉਹ ਤੁਰ ਨਹੀਂ ਸਕਦੀ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਇਹ ਸਵਾਸਾਂ ਦੀ ਪੂੰਜੀ ਤੋਂ ਬਗੈਰ ਮਨੁੱਖ ਦਾ ਸਰੀਰ ਵੀ ਨਹੀਂ ਚੱਲਦਾ, ਪਰ ਜੇ ਉਹ ਚਾਹੇ ਨਾ ਤਾਂ ਉਹ ਸਵਾਸਾਂ ਤੋਂ ਬਗੈਰ ਵੀ ਤੈਨੂੰ ਜਿੰਦਾ ਰੱਖ ਸਕਦਾ। ਬੜੀਆਂ ਉਦਾਹਰਨਾਂ ਨੇ, ਪਰ ਮੈਂ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਅੱਗੇ ਚੱਲਾਂ, ਕਿਉਂਕਿ ਅਗਲਾ ਸ਼ਲੋਕ ਵੀ ਅਸੀਂ ਕਰਨਾ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਲੋਕ ਦੇ ਅਖੀਰ ਵਿੱਚ ਕਹਿ ਕੇ ਅਗਲਾ ਸ਼ਲੋਕ ਜਿਹੜਾ ਹੈ ਗੁਰੂ ਅੰਗਦ ਪਾਤਸ਼ਾਹ ਜੀ ਦਾ ਬਖਸ਼ਿਸ਼ ਹੈ। ਗੁਰੂ ਸਾਹਿਬ ਕਹਿੰਦੇ ਨੇ ਫਿਰ ਇਸ ਕਰਕੇ ਉਸ ਪਰਮਾਤਮਾ ਦੀਆਂ ਜਿਹੜੀਆਂ ਰਹਿਮਤਾਂ ਨੇ ਨਾ ਉਹਨੂੰ ਯਾਦ ਕਰਦਿਆਂ ਹੋਇਆਂ ਉਹਦੀ ਸਿਫਤ ਸਲਾਹ ਕਰਿਆ ਕਰ, ਕਿਉਂਕਿ ਜੋ ਕੁਛ ਕਰਨਾ ਸੋ ਕਰ ਰਿਹਾ। ਜੋ ਵੀ ਇੱਥੇ ਹੋ ਰਿਹਾ ਉਹ ਪਰਮਾਤਮਾ ਹੀ ਕਰ ਰਿਹਾ, ਹੋਰ ਕੋਈ ਨਹੀਂ। ਇਸ ਕਰਕੇ ਉਹਦੀ ਸਿਫਤ ਸਲਾਹ ਬਣਦੀ ਹੈ। ਮਹੱਲਾ ਦੂਜਾ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। हे ਭਾਈ, ਗੁਰੂ ਅੰਗਦ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਸ ਪਰਮਾਤਮਾ ਦੀ ਵਡਿਆਈ ਕਰਦੇ ਹਨ ਕਿ ਉਹ ਪਰਮਾਤਮਾ ਇਸ ਸੰਸਾਰ ਦੇ ਉੱਤੇ ਸਾਰਿਆਂ ਦੀ ਪ੍ਰਤਿਪਾਲਨਾ ਕਰਨ ਵਾਲਾ ਹੈ। ਉਹਨੂੰ ਅਸੀਂ ਭੁਲਾ ਦਿੱਤਾ ਤੇ ਆਪਣੇ ਆਪਣੇ ਮਤ ਚਲਾ ਲਏ। ਇਹ ਇੱਕ ਸ਼ਲੋਕ ਗੁਰੂ ਅੰਗਦ ਪਾਤਸ਼ਾਹ ਜੀ ਦਾ ਤੇ ਇਹਦੇ ਨਾਲ ਹੀ ਮਿਲਦਾ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਲੋਕ ਸਹਿਸ ਪ੍ਰੀਤੀ ਦੇ ਅੰਦਰ। ਥੋੜ੍ਹਾ ਬਹੁਤਾ ਸ਼ਬਦਾਂ ਦਾ ਅੰਤਰ ਹੈ, ਅਰਥ ਇੱਕੋ ਹੀ ਨੇ। ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਜੋਗੀਆਂ ਦਾ ਮਤ ਹੈ ਨਾ, ਜੋਗ ਸ਼ਬਦੰਗ ਦਾ ਭਾਵ ਅਰਥ ਹੈ ਧਰਮ। ਜੋਗੀਆਂ ਦਾ ਜਿਹੜਾ ਧਰਮ ਹੈ ਗਿਆਨ ਸ਼ਬਦੰਗ, ਗਿਆਨ ਹਾਸਲ ਕਰਨਾ। ਉਹ ਗਿਆਨ ਦੇ ਸਹਾਰੇ ਚੱਲਦੇ ਨੇ ਤੇ ਕਈ ਪ੍ਰਕਾਰ ਦੇ ਉਹ ਨੇਵਲੀ ਕਰਮ ਜਿਹੜੇ ਨੇ ਉਹ ਧਾਰਨ ਕਰਕੇ ਆਪਣੇ ਸਰੀਰ ਦੀ ਮੇਨਟੇਨ ਕਰਦੇ ਨੇ, ਆਪਣੇ ਸਰੀਰ ਨੂੰ ਫਿੱਟ ਫਾਟ ਰੱਖਦੇ ਨੇ, ਸਵਾਸ ਵਧਾਉਂਦੇ ਨੇ। ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਇਸ ਧਰਤੀ ਦੇ ਉੱਤੇ ਇਹ ਜੋਗੀਆਂ ਦਾ ਕਰਮ ਹੈ। ਵੇਦ ਸ਼ਬਦੰ ਬ੍ਰਾਹਮਣ ਹੈ, ਤੇ ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਕੀ ਕਰਮ ਹੈ? ਵੇਦਾਂ ਦਾ ਅਭਿਆਸ ਕਰਨਾ, ਵੇਦ ਪੜ੍ਹਨੇ, ਵੇਦ ਪੜ੍ਹਾਉਣੇ, ਵੇਦਾਂ ਦਾ ਪਠਨ ਕਰਨਾ। ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਖੱਤਰੀ ਸ਼ਬਦੰ ਸੂਰ ਸ਼ਬਦੰ। ਖੱਤਰੀਆਂ ਦਾ ਧਰਮ ਕੀ ਹੈ? ਸੂਰਮਤਾਈ, ਯੋਧਿਆਂ ਵਾਂਗਾਂ ਲੜਨਾ, ਇਸ ਧਰਤੀ ਦੇ ਉੱਤੇ ਯੋਧਿਆਂ ਦੀ ਤਰ੍ਹਾਂ ਜੰਗਾਂ ਦੇ ਵਿੱਚ ਜਾ ਕੇ ਜੰਗਾਂ ਜਿੱਤਣੀਆਂ, ਇਹ ਖੱਤਰੀਆਂ ਦਾ ਧਰਮ ਮੰਨਿਆ ਗਿਆ ਸੀ। ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਤੇ ਚੌਥੀ ਜਿਹੜੀ ਗੱਲ ਕੀਤੀ ਹੈ ਸੂਦਰਾਂ ਦੀ, ਇਹ ਜਿਹੜੇ ਸੂਦਰ ਨੇ ਇਹ ਉੱਪਰਲੀਆਂ ਜਾਤੀਆਂ ਦੀ ਸੇਵਾ ਕਰਦੇ ਨੇ। ਪ੍ਰਾਕ੍ਰਿਤ ਹੈ ਦੂਸਰਿਆਂ ਦੀ ਕਿਰਤ, ਦੂਜਿਆਂ ਦੀ ਸੇਵਾ ਕਰਨਾ, ਭਾਵ ਕਿਸੇ ਦੇ ਘਰ ਜਾ ਕੇ। ਇਹਨਾਂ ਨੂੰ ਇਹ ਹੱਕ ਨਹੀਂ ਸੀ ਕਿ ਕਿਸੇ ਨੂੰ ਦਰਸ਼ਨ ਦੇਣੇ। ਬੜਾ ਲੰਮਾ ਚੌੜਾ ਇਤਿਹਾਸ ਹੈ, ਉੱਧਰ ਮੈਂ ਨਾ ਜਾਵਾਂ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਦੂਸਰਿਆਂ ਦੀ ਸੇਵਾ ਕਰਨ ਵਿੱਚ ਲੱਗੇ ਰਹਿੰਦੇ ਸਨ। ਤੇ ਸੇਵਾ ਵੀ ਐਸੀ ਜਿਹੜੀ ਸੇਵਾ ਦੇ ਉੱਤੋਂ ਲੋਕ ਨੱਕ ਚੜਾਉਂਦੇ ਨੇ। ਬੜੀ ਮਾੜੀ ਹਾਲਾਤ ਸੀ ਇਹਨਾਂ ਦੀ, ਪਰ ਗੁਰੂ ਅੰਗਦ ਪਾਤਸ਼ਾਹ ਜੀ ਨੇ ਅੱਗੇ ਫਿਰ ਮੋਹਰ ਲਾ ਦਿੱਤੀ। ਕਹਿੰਦੇ ਇਹ ਸੰਸਾਰ ਦੇ ਲੋਕਾਂ ਨੇ ਬਣਾਇਆ ਸੀ। ਇਹ ਬ੍ਰਾਹਮਣ ਮਤ ਦੇ ਅਨੁਸਾਰ ਇਹ ਜਿਹੜੇ
ਇਹ ਜਾਤ ਪਾਤ ਦੇ ਵਿੱਚ ਵੰਡੇ ਗਏ ਸਨ। ਤੇ ਸਤਿਗੁਰੂ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਸਰਬ ਸ਼ਬਦੰ ਏਕ ਸ਼ਬਦੰ, ਸਰਬ ਸ਼ਬਦੰ ਸਰਬ ਧਰਮ, ਸਾਰਿਆਂ ਤੋਂ ਸ੍ਰੇਸ਼ਟ ਧਰਮ ਕਿਹੜਾ ਵਾ? ਏਕ ਸ਼ਬਦੰ, ਇੱਕ ਧਰਮ। ਉਹਦੇ ਵਿੱਚ ਨਾ ਕੋਈ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਕੋਈ ਈਸਾਈ ਹੈ, ਨਾ ਕੋਈ ਜੈਨੀ ਹੈ, ਨਾ ਕੋਈ ਬੋਧੀ ਹੈ। ਉੱਥੇ ਤੇ ਕੇਵਲ ਉਹਦੇ ਆਰਾਧਨਾ ਕਰਨ ਵਾਲੇ ਨੇ, ਤੇ ਜਿਹੜੇ ਉਹਦੀ ਆਰਾਧਨਾ ਕਰਨ ਵਾਲੇ ਉਹ ਗੁਰੂ ਨਾਨਕ ਦੇ ਘਰ ਵਿੱਚ ਨਿਵਾਜੇ ਗਏ। ਚਾਹੇ ਉਹ 15 ਭਗਤ ਹੋਣ, ਚਾਹੇ ਉਹ 11 ਭੱਟ ਹੋਣ, ਚਾਹੇ ਗੁਰੂ ਦੇ ਸਿੱਖ ਹੋਣ, ਕੋਈ ਵੀ ਆਇਆ ਉਹ ਨਿਵਾਜਿਆ ਗਿਆ। ਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਸੰਸਾਰ ਦੇ ਉੱਤੇ ਫਿਰ ਸਭ ਤੋਂ ਸ੍ਰੇਸ਼ਟ ਕੀ ਹੋਇਆ? ਇੱਕ ਧਰਮ, ਜਿਹਦੇ ਵਿੱਚ ਸਾਰਿਆਂ ਨੂੰ ਨਿਵਾਜਿਆ ਜਾਂਦਾ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ। ਜੇ ਕੋਈ ਇਹ ਜਾਣ ਲਏ ਨਾ, ਇਹ ਭੇਦ ਨੂੰ ਸਮਝ ਲਵੇ, ਤੇ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਦੋਵੇਂ ਹੱਥ ਜੋੜ ਕੇ ਗੁਰੂ ਅੰਗਦ ਪਾਤਸ਼ਾਹ ਜੀ ਦੇ ਰੂਪ ਵਿੱਚ ਆਖਦੇ ਨੇ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦਿਓ। ਕਹਿੰਦੇ ਜਿਨ੍ਹਾਂ ਨੇ ਇਹ ਸਮਝ ਲਿਆ ਨਾ, ਜਿਨ੍ਹਾਂ ਨੇ ਇਹ ਭੇਦ ਜਾਣ ਲਿਆ ਕਿ ਇਸ ਸ੍ਰਿਸ਼ਟੀ ਦੇ ਉੱਤੇ ਸੋਈ ਨਿਰੰਜਨ ਦਿਓ, ਉਹ ਪ੍ਰਮਾਤਮਾ ਹੀ ਸਾਰਿਆਂ ਤੋਂ ਉੱਚਾ ਸ੍ਰੇਸ਼ਟ ਦੇਵਤਾ ਹੈ। ਪ੍ਰਮਾਤਮਾ ਹੀ ਸਾਰਿਆਂ ਨੂੰ ਦੇਣਹਾਰ ਹੈ। ਪ੍ਰਮਾਤਮਾ ਹੀ ਸਾਰਿਆਂ ਦੇ ਵਿੱਚ ਜੀ ਦਾਨ ਦਿੰਦਾ ਹੈ। ਤੇ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਫਿਰ ਆਖਦੇ ਨੇ ਮੈਂ ਉਹਦਾ ਦਾਸ ਬਣਨ ਨੂੰ ਤਿਆਰ ਹਾਂ। ਵੇਖੋ ਕਿੰਨੀ ਨਿਮਰਤਾ ਹੈ। ਕਹਿੰਦੇ ਮੈਂ ਉਹਦਾ ਦਾਸ ਬਣਨ ਨੂੰ ਤਿਆਰ ਹਾਂ। ਨਾਨਕ ਤਾਂ ਕਾ ਦਾਸ ਹੈ, ਮੈਂ ਉਹਦਾ ਦਾਸ ਬਣਨ ਨੂੰ ਤਿਆਰ ਹਾਂ, ਜਿਹਨੇ ਇਹ ਭੇਦ ਜਾਣ ਲਿਆ, ਜਿਹਨੇ ਇਹ ਬੁੱਝ ਲਿਆ ਕਿ ਇਸ ਸ੍ਰਿਸ਼ਟੀ ਦੇ ਉੱਤੇ ਸਭ ਤੋਂ ਉੱਚਾ ਤੇ ਸੁੱਚਾ ਧਰਮ ਹੈ ਇੱਕ ਧਰਮ, ਜਿਹਦੇ ਵਿੱਚ ਕੇਵਲ ਉਸ ਨਿਰੰਜਨ ਨੂੰ ਆਰਾਧਿਆ ਜਾਂਦਾ। ਉੱਥੇ ਨਾ ਕੋਈ ਜਾਤ ਵੇਖਦਾ, ਨਾ ਕੋਈ ਪਾਤ ਵੇਖਦਾ, ਨਾ ਕੋਈ ਊਚ, ਨਾ ਕੋਈ ਨੀਚ, ਨਾ ਕੋਈ ਅਮੀਰ ਤੇ ਨਾ ਕੋਈ ਗਰੀਬ। ਉੱਥੇ ਸਾਰਿਆਂ ਨੂੰ ਗਲਵਕੜੀ ਵਿੱਚ ਲੈ ਕੇ ਸਾਰਿਆਂ ਨੂੰ ਇੱਕੋ ਪੰਗਤ ਤੇ ਇੱਕੋ ਸੰਗਤ ਦੇ ਵਿੱਚ ਨਿਵਾਜਿਆ ਜਾਂਦਾ। ਉਹ ਸਭ ਤੋਂ ਸ੍ਰੇਸ਼ਟ ਤੇ ਉੱਚਾ ਧਰਮ ਹੈ, ਤੇ ਮੈਂ ਉਹਦਾ ਦਾਸ ਬਣਨ ਨੂੰ ਤਿਆਰ ਹਾਂ। ਗੁਰੂ ਰਹਿਮਤ ਕਰੇ ਸਾਨੂੰ ਸਮਝ ਆ ਜਾਵੇ ਕਿ ਜੋ ਅੱਜ ਦੇ ਦੋਨਾਂ ਸਲੋਕਾਂ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਗੁਰੂ ਅੰਗਦ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਸਾਡੀ ਜ਼ਿੰਦਗੀ ਦੇ ਅੰਦਰ ਇਹ ਢਲ ਜਾਣ। ਅਸੀਂ ਸਮਝ ਜਾਈਏ ਕਿ ਇਸ ਸੰਸਾਰ ਦੇ ਉੱਤੇ ਮੇਰਾ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਇਸ ਸੰਸਾਰ ਦੇ ਉੱਤੇ ਮੇਰਾ ਕੀਤਿਆਂ ਸਾਰੇ ਲੁੱਟੇ ਗਏ। ਜੇ ਇਸ ਸੰਸਾਰ ਦੇ ਉੱਤੇ ਆਰਾਧੇ ਗਏ, ਯਾਦ ਕੀਤਾ ਗਿਆ, ਤੇ ਉਹ ਹੈ ਤੇਰਾ ਕਰਦੇ ਹਾਂ। ਜੋ ਗੁਰੂ ਨਾਨਕ ਸਾਹਿਬ ਨੇ ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਬਖਸ਼ਿਆ ਸੀ, ਉਹ ਸਾਨੂੰ ਸਮਝ ਆ ਜਾਵੇ। ਹੋਈਆਂ ਭੁੱਲਾਂ ਦੀ ਖਿਮਾ। ਆਓ ਅੰਤ ਗੁਰਫਤਿਹ ਦੇ ਨਾਲ ਸਾਂਝ ਬਣਾ ਕੇ ਸਮਾਪਤੀ ਕਰੀਏ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।